ਜਦੋਂ ਤੁਹਾਡੀਆਂ ਫਸਲਾਂ ਦੇ ਉੱਪਰ ਕੰਟਰੈਕਟ ਫਾਰਮਿੰਗ ਹੋਊਗੀ, ਤੁਹਾਨੂੰ ਪਹਿਲਾਂ ਸਬਜ਼ ਬਾਗ ਦਿਖਾਉਣਗੇ ਔਰ ਉਸ ਤੋਂ ਬਾਅਦ ਇਹੀ ਇਹਨਾਂ ਨੇ ਲਾਰਾ ਲਾਉਣਾ ਕਿ ਆਪਣੀ ਜਿਹੜੀ ਬਾਸਮਤੀ ਆ, ਆਪਣੇ ਜਿਹੜੇ ਚੌਲ ਨੇ, ਕਣਕ ਆ, ਉਹਦੇ ਵਿੱਚ ਜਿਹੜਾ ਉਹ ਜ਼ਹਿਰ ਦੀ ਮਾਤਰਾ ਬਹੁਤ ਜ਼ਿਆਦਾ, ਇਸ ਕਰਕੇ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਪੈਰਾਮੀਟਰ ਆ, ਦੀਜ਼ ਆਰ ਕੁਆਇਟ ਬਲੋ ਫਰੋਮ ਦੈਟ, ਅਤੇ ਇਸ ਕਰਕੇ ਅਸੀਂ ਤਾਂ ਤੁਹਾਨੂੰ ਜੀ ਹੁਣ ਰੇਟ 1400 ਹੀ ਦੇ ਸਕਦੇ। ਸੋ ਇਹ ਸਾਡੀ ਆਪਦੀ ਨਲਾਇਕੀ ਆ, ਔਰ ਹੁਣ ਵੀ ਅਸੀਂ ਜੇ ਨਾ ਜਾਗੇ ਤੇ ਫਿਰ ਮੈਂ ਤੁਹਾਨੂੰ ਉਹੀ ਕਿਹਾ ਵੀ ਉਹ ਤਿੰਨਾਂ ਖਾਨੇ ਵਾਲਾ ਟਿਫਨ ਤਿਆਰ ਰੱਖੀਏ, ਉਹ ਲੈ ਕੇ ਤੇ ਆਪਦੇ ਖੇਤ 'ਚ ਹੀ ਮਜ਼ਦੂਰੀ ਕਰਨ ਜਾਇਆ ਕਰਾਂਗੇ। ਖੇਤੀ ਬਿੱਲ ਦੇ ਮੁੱਦੇ ਨੂੰ ਲੈ ਕੇ ਪੰਜਾਬੀ ਤੜਕਾ ਦੀ ਟੀਮ ਵੱਲੋਂ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਕਿਸਾਨਾਂ ਦੇ ਵਿਚਾਰ ਜਾਣਨ ਤੋਂ ਬਾਅਦ ਅੱਜ ਅਸੀਂ ਫਿਰੋਜ਼ਪੁਰ ਦੇ ਐਡਵੋਕੇਟ ਅਤੇ ਕਿਸਾਨ ਆਗੂ ਮਨਜਿੰਦਰ ਸਿੰਘ ਭੁੱਲਰ ਦੇ ਕੋਲ ਪਹੁੰਚੇ ਹਾਂ। ਮਨਜਿੰਦਰ ਸਿੰਘ ਭੁੱਲਰ ਜੀ, ਤੁਹਾਡਾ ਪੰਜਾਬੀ ਤੜਕਾ ਟੀਮ 'ਤੇ ਸਵਾਗਤ। ਬਹੁਤ ਮਿਹਰਬਾਨੀ ਜੀ ਹਰਜੀਤ ਜੀ। ਪੰਜਾਬੀ ਤੜਕਾ ਦੀ ਸਮੁੱਚੀ ਟੀਮ ਦੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸੰਗਤ ਦੀ ਗੱਲ ਜਿਹੜੀ ਹੈਗੀ ਹੈ ਹੋਰ ਵੀ ਅਵਾਮਿਲ ਤੱਕ ਪਹੁੰਚਾ ਰਹੇ ਹੋ ਤਾਂ ਕਿ ਲੋਕ ਜਾਗਰੂਕ ਹੋ ਸਕਣ। ਭੁੱਲਰ ਸਾਹਿਬ, ਅਸੀਂ ਪੰਜਾਬੀ ਤੜਕਾ ਦੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿੱਥੇ ਕਿ ਇਹ ਦੇਖਣ 'ਚ ਆਇਆ ਕਿ ਕਿਸਾਨਾਂ ਨੂੰ, ਬਹੁਤੇ ਕਿਸਾਨਾਂ ਨੂੰ MSP ਦਾ ਤਾਂ ਪਤਾ ਆ, ਪਰ ਇਸ ਖੇਤੀ ਬਿੱਲ ਜੋ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ, ਉਸ ਦੇ ਕੀ ਨਫੇ ਅਤੇ ਕੀ ਨੁਕਸਾਨ ਹੈ, ਤੁਸੀਂ ਸਾਡੇ ਜ਼ਰੀਏ ਦੱਸਣਾ ਚਾਹੋਗੇ? ਐਕਚੁਅਲੀ ਜਿਹੜੀ MSP ਹੈ ਨਾ, ਦੈਟ ਇਜ਼ ਆਲ ਟੂਗੈਦਰ ਡਿਫਰੈਂਟ ਥਿੰਗ। ਔਰ ਇਹ ਜਿਹੜੇ ਆਰਡੀਨੈਂਸਿਸ ਆ ਜਿਨ੍ਹਾਂ ਨੂੰ ਐਕਚੁਅਲੀ ਇਹਨਾਂ ਦਾ ਜਿਹੜਾ ਨੋਮਨਕਲੇਚਰ ਹੈ ਉਹ ਹੈਗਾ ਕਿ ਦੀਜ਼ ਆਰ ਫਾਰਮ ਆਰਡੀਨੈਂਸਿਸ। ਅਦਰਵਾਈਜ਼ ਇਹ ਇਕੱਲੇ ਫਾਰਮ ਸੈਕਟਰ ਨਾਲ, ਇਕੱਲੇ ਐਗਰੇਰੀਅਨ ਇਕੋਨਮੀ ਨਾਲ ਵਾਬਸਤਾ ਨਹੀਂ ਹੈਗੇ। ਇਹਨਾਂ ਦਾ ਇੰਪੈਕਟ ਜਿਹੜਾ ਹੈਗਾ ਥਰੂ ਆਊਟ ਜਿਹੜੀ ਇਕੋਨਮੀ ਹੈਗੀ ਆ, ਔਰ ਸਾਰਾ ਸਮਾਜ, ਔਰ ਜਿੰਨਾ ਵੀ ਸਾਡਾ ਅਰਥਚਾਰਾ ਹੈਗਾ, ਉਹ ਸਾਰੀ ਸਿਸਟਮ ਦੇ ਉੱਪਰ ਪੈਣਾ। ਉਹ ਕਿਵੇਂ ਕਿ ਬੇਸਿਕਲੀ ਜਿਹੜਾ ਪਹਿਲਾ ਹੈਗਾ ਆਰਡੀਨੈਂਸ ਫਾਰਮਰ ਫੈਸਿਲੀਟੇਸ਼ਨ ਐਂਡ ਐਮਪਾਵਰਮੈਂਟ ਐਕਟ, ਜਿਹਦੇ 'ਚ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਆ ਕਿ ਤੁਹਾਡਾ ਵੱਡੀਆਂ ਕੰਪਨੀਆਂ ਨਾਲ ਕੰਟਰੈਕਟ ਹੋਊਗਾ ਔਰ ਤੁਹਾਨੂੰ ਯਕੀਨਨ ਬਣਾਇਆ ਜਾਊਗਾ ਕਿ ਤੁਹਾਨੂੰ ਤੁਹਾਡੀ ਫਸਲ ਦਾ ਰੇਟ ਮਿਲੂਗਾ। ਐਂਡ ਦੈਟ ਮਾਡਲ ਹੈਜ਼ ਆਲਰੇਡੀ ਬੈਡਲੀ ਫੇਲਡ ਇਨ ਯੂਰਪ ਐਂਡ ਈਵਨ ਇਨ ਬਿਹਾਰ। ਔਰ ਸਾਡੇ ਪੰਜਾਬ ਦੇ ਵਿੱਚ ਜਿਹੜਾ ਅਸੀਂ ਗੰਨਾ ਮਿੱਲਾਂ ਦਾ ਦੇਖ ਚੁੱਕੇ ਹਾਂ, ਪਿੱਛੇ ਹੀ ਕੈਪਟਨ ਅਮਰਿੰਦਰ ਸਿੰਘ ਨੇ 200 ਕਰੋੜ ਰੁਪਈਆ ਰਿਲੀਜ਼ ਕੀਤਾ, ਔਰ ਉਹ ਕੋਆਪਰੇਟਿਵ ਮਿੱਲਾਂ ਦਾ ਸੀ ਜਿਨ੍ਹਾਂ ਨੂੰ ਸਹਿਕਾਰੀ ਮਿੱਲਾਂ ਕਹਿੰਦੇ ਆ, ਸੈਮੀ ਗੌਰਮੈਂਟ ਜਿਹੜਾ ਸੈਕਟਰ ਆ। ਔਰ ਪ੍ਰਾਈਵੇਟ ਮਿੱਲਾਂ ਦੇ ਤਾਂ ਹੱਲੇ ਹਜ਼ਾਰਾਂ ਕਰੋੜ ਰੁਪਏ ਬਕਾਇਆ ਪਏ ਨੇ। ਔਰ ਸੈਕਿੰਡ ਜਿਹੜਾ ਦੂਸਰਾ ਆਰਡੀਨੈਂਸ ਆ ਜਿਹਦੇ ਵਿੱਚ APMC ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ 1961, ਜਿਹਦੇ 'ਚ ਮੰਡੀਆਂ ਖਤਮ ਕਰਨ ਦੀ ਗੱਲ ਕੀਤੀ ਗਈ ਹੈ ਕਿ ਤੁਸੀਂ ਜੀ ਆਪਣੀ ਫਸਲ ਜਿਹੜੀ ਹੈਗੀ ਪੰਜਾਬ ਦਾ ਕਿਸਾਨ ਮਹਾਰਾਸ਼ਟਰ 'ਚ ਜਾ ਕੇ, ਬਿਹਾਰ 'ਚ ਜਾ ਕੇ ਵੇਚ ਸਕਦਾ। ਉਹ ਮਾਡਲ ਵੀ E-NAM ਪ੍ਰੋਗਰਾਮ 2006 'ਚ ਇਹਨਾਂ ਦਾ ਫੇਲ ਹੋ ਚੁੱਕਿਆ। ਔਰ ਉਹਦੇ 'ਚ ਤੁਸੀਂ ਇਹ ਦੇਖੋ ਕਿ ਅਗਰ ਖੁੱਲ੍ਹ ਦੇਣੀ ਹੋਈ ਸੀਗੀ ਤਾਂ ਇਹੀ ਮੰਡੀ ਦਾ ਪ੍ਰਮਿਸਿਸ ਜਿਹੜਾ ਹੈਗਾ ਇਹਦੇ 'ਚ ਹੀ ਪ੍ਰਾਈਵੇਟ ਕਾਰਪੋਰੇਟ ਨੂੰ ਅਲਾਓ ਕਰ ਦਿੰਦੇ। ਵਾਈ ਦੇ ਹੈਵ ਟੂ ਮੈਂਟ ਔਰ ਕੰਸਟਰਕਟ ਨਿਊ ਮਾਰਕੀਟਸ। ਜਦੋਂ ਪ੍ਰਾਈਵੇਟ ਮੰਡੀ ਨਾਲ ਉਸਰ ਜੂਗੀ ਤਾਂ ਜਿਹੜਾ ਇਹਨਾਂ ਦੀਆਂ ਮੰਡੀਆਂ ਨੇ 1800 2000 ਦੇ ਕਰੀਬ ਮੰਡੀ ਬੋਰਡ ਦੀਆਂ, ਔਰ 12000 ਕਰੋੜ ਦੀ ਪ੍ਰਾਪਰਟੀ ਹੈ ਮੰਡੀ ਬੋਰਡ ਦੀ, ਮੰਡੀਆਂ ਪਾ ਕੇ, ਮਾਰਕੀਟ ਕਮੇਟੀਆਂ ਦੇ ਦਫ਼ਤਰ ਪਾ ਕੇ। ਜਦੋਂ ਪ੍ਰਾਈਵੇਟ, ਕਿਉਂਕਿ ਓਬਵੀਅਸਲੀ ਹੈ ਲੋਕ ਪ੍ਰਾਈਵੇਟ ਕੋਲੇ ਕਿਉਂ ਜਾਣਗੇ ਕਿ ਪਹਿਲੇ 1-2 ਸਾਲ ਤੁਹਾਨੂੰ ਉਹ ਜਿਹੜਾ ਹੈਗਾ 1.5-2 ਗੁਣਾ ਰੇਟ ਦੇਣਗੇ MSP ਤੋਂ। ਬਟ ਓਬਵੀਅਸਲੀ ਐਵਰੀਬody ਵਿਲ ਪ੍ਰੈਫਰ ਟੂ ਗੋ ਓਵਰ ਦੇਅਰ ਕਿ ਮੈਂ ਜਿਹੜਾ ਹੈਗਾ ਮਹਿੰਗੇ ਰੇਟ 'ਤੇ ਫਸਲ ਵੇਚਾਂ। ਔਰ ਜਦੋਂ ਅਸੀਂ ਲਗਾਤਾਰ 2 ਸਾਲ ਮਤਲਬ 4 ਸੀਜ਼ਨ ਰਾਬੀ ਔਰ ਖਰੀਫ, ਹਾੜੀ, ਸੌਣੀ ਦਾ ਉੱਥੇ ਚਲੇ ਗਏ ਤਾਂ ਜਿਹੜੀਆਂ ਸਾਡੀਆਂ ਸਰਕਾਰੀ ਮੰਡੀਆਂ ਨੇ ਉਹਨਾਂ ਦਾ ਤਾਂ ਢਾਂਚਾ ਸਾਰਾ ਆਟੋਮੈਟਿਕਲੀ, ਚਾਹੇ ਉੱਥੇ ਕੋਈ ਨਵਾਂ ਸਟਰਕਚਰ ਖੜਾ ਕਰ ਦੇਣਗੇ ਲੋਕਾਂ ਨੂੰ ਕੋਈ ਹੋਰ ਸੁਪਨਾ ਖੁਆਬ ਦਿਖਾ ਕੇ, ਜਾਂ ਪਿੰਡਾਂ ਦੇ ਲੋਕ ਉਹਨਾਂ ਮੰਡੀਆਂ ਨੂੰ ਦੱਬ ਲੈਣਗੇ ਜਿਵੇਂ ਅਸੀਂ ਸ਼ਾਮਲਾਟਾਂ ਔਰ ਛੱਪੜ ਦੱਬੇ ਹੋਏ ਆ। ਤਾਂ 2 ਸਾਲ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਕਿ ਪ੍ਰਾਈਵੇਟ ਜਿਹੜੀ ਗਵਰਨਮੈਂਟ ਦੀ ਮੰਡੀ ਖਤਮ ਹੋ ਗਈ, ਮਾਰਕੀਟ ਕਮੇਟੀ ਖਤਮ ਹੋ ਗਈ, ਜਦੋਂ 2 ਸਾਲ ਉੱਥੇ ਕੰਮ ਹੀ ਨਾ ਹੋਇਆ ਤਾਂ ਮਾਰਕੀਟ ਕਮੇਟੀ ਦਾ ਸਟਾਫ ਵੀ ਕਿਤੇ ਹੋਰ ਐਡਜਸਟ ਕਰ ਦਿੱਤਾ ਜਾਊਗਾ। ਔਰ ਮੰਡੀ ਬੋਰਡ ਜਿਹੜਾ ਹੈਗਾ ਜਦੋਂ ਵਿਹਲਾ ਹੋ ਗਿਆ ਤਾਂ ਜਿਹੜਾ ਆੜਤੀਆ ਵੀ ਖਤਮ ਹੋ ਜਾਏਗਾ। ਦੈਨ ਸਾਡੇ ਕੋਲ ਇੱਕ ਹੋਰ ਅਲਟਰਨੇਟਿਵ ਨਹੀਂ ਬਚਣਾ, ਐਂਡ ਅਸੀਂ ਜਿਹੜੇ ਹੈਗੇ ਆ ਟੋਟਲੀ ਉਹਦੇ ਤਰਸ ਦੇ ਪਾਤਰ ਬਣ ਜਾਣਾ ਕਾਰਪੋਰੇਟ ਦੇ। ਔਰ ਤੀਜਾ ਜਿਹੜਾ ਐਕਟ ਆ ਐਸੈਂਸ਼ੀਅਲ ਕਮੋਡਿਟੀਜ਼ ਐਕਟ, ਉਹ ਤਾਂ ਟੋਟਲੀ ਆਊਟ ਆਫ ਮਾਈਂਡ ਹੈ ਨਾ, ਉਹਦੀ ਸਮਝ ਹੀ ਨਹੀਂ ਆ ਰਹੀ। ਉਹ ਇਹ ਕਿਹਾ ਜਾ ਰਿਹਾ ਕਿ ਤੁਹਾਨੂੰ ਜਿਹੜਾ ਹੈਗਾ ਸਟਾਕ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ ਹੈ। ਮੀਨ ਟੂ ਸੇ ਵਾਈ ਦੈਟ, ਉਹ ਤਾਂ ਇਹਨਾਂ ਦੋਵਾਂ ਦੇ ਤਾਂ ਤਰਕ ਵਿਤਰਕ ਕੀਤਾ ਜਾ ਸਕਦਾ ਕਿ ਇਹਦੇ 'ਚ ਜੀ ਤੁਹਾਨੂੰ ਖੁੱਲ੍ਹੀ ਮੰਡੀ ਦੇ ਦਿੱਤੀ ਜਾਂ ਤੁਹਾਡੇ ਨਾਲ ਕੋਈ ਇੱਕ ਸੁਪਨਾ ਜਿਹੜਾ ਦਿਖਾਇਆ ਜਾ ਰਿਹਾ। ਉਹ ਸਟਾਕ ਦੀ ਜਿਹੜੀ ਸਮਰੱਥਾ ਪੰਜਾਬ ਦੇ ਵਿੱਚ ਤਾਂ ਵੈਸੇ ਹੀ 85% ਮਾਰਜਨਲ ਫਾਰਮਰ ਆ, ਔਰ 17.5 ਕਰੋੜ ਫੈਮਲੀਜ਼ ਨੇ ਭਾਰਤ ਦੇ ਵਿੱਚ। ਔਰ ਉਹਦੇ 'ਚ ਵੀ ਜਿਹੜੇ ਮੈਜੋਰਟੀ ਆਫ ਦਾ ਫਾਰਮ ਸੈਕਟਰ ਨਾਲ, ਕਿਸਾਨੀ ਨਾਲ ਜੁੜੇ ਹੋਏ ਲੋਕ ਆ, ਉਹ ਮਾਰਜਨ 'ਤੇ ਨੇ, ਹਾਸ਼ੀਏ 'ਤੇ ਨੇ। ਉਹਨਾਂ ਕੋਲੇ ਤੇ ਘਰੇ 5 ਕਿੱਲਿਆਂ ਦੀ ਫਸਲ ਰੱਖਣ ਜੋਗਾ ਵੀ ਪੰਜਾਬੀ ਜਿਹਨੂੰ ਕਹਿੰਦੇ ਜੁਗਾੜ ਹੈ ਨਹੀਂ। ਸੋ ਹਾਊ ਦੇ ਵਿਲ ਬੀ ਏਬਲ ਟੂ ਮੈਨੇਜ ਇਨ ਸੱਚ ਅ ਹਿਊਜ ਸਟਾਕ। ਇਹ ਸਿਰਫ ਕਾਰਪੋਰੇਟ ਨੂੰ ਜਿਹੜਾ ਮੋਢਾ ਤੇ ਮੂੰਹ ਕਿਸਾਨ ਦਾ ਚਿਹਰਾ ਵਰਤ ਕੇ ਕਾਰਪੋਰੇਟ ਨੂੰ ਫਾਇਦਾ ਦੇਣ ਦੀ ਗੱਲ ਕੀਤੀ ਗਈ। MSP ਦਾ ਤਾਂ ਇਹਦੇ ਨਾਲ ਕੋਈ ਤਾਲੁਕ ਹੀ ਨਹੀਂ ਹੈਗਾ। ਅਗਰ MSP ਬਰਕਰਾਰ ਰੱਖਣੀ ਹੈ ਤਾਂ ਮੰਡੀ ਬਰਕਰਾਰ ਰੱਖੋ। ਜਦੋਂ ਬਰਾਬਰ ਪ੍ਰਾਈਵੇਟ ਮੰਡੀ ਤੁਸੀਂ ਬਣਾ ਰਹੇ ਹੋ, ਔਰ ਪ੍ਰਾਈਵੇਟ ਜਿਹੜਾ ਲਾਲਾ ਹੈ ਜਾਂ ਕਾਰਪੋਰੇਟ ਹੈ ਉਹਦੇ 'ਤੇ ਕੋਈ ਕੈਪ ਨਹੀਂ, ਕੋਈ ਰਿਸਟ੍ਰਿਕਸ਼ਨ ਨਹੀਂ ਸਰਕਾਰ ਦਾ, ਕੋਈ ਉਹਦੇ ਉੱਪਰ ਰੋਕ ਨਹੀਂ ਹੈ ਕਿ ਭਾਈ ਸਾਹਿਬ ਤੁਸੀਂ ਸਿਰਫ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ, ਘੱਟੋ ਘੱਟ ਸਮਰਥਨ ਮੁੱਲ, ਉਹਦੇ 'ਤੇ ਖਰੀਦਣਾ ਤੁਹਾਡੇ ਲਈ ਜ਼ਰੂਰੀ ਹੈ।
ਉਹ ਉਹਦੇ ਲਈ ਖੁੱਲ੍ਹਾ। ਸੋ MSP ਆਟੋਮੈਟਿਕਲੀ ਜਿਹੜੀ ਹੈਗੀ ਆ ਦੈਟ ਵਿਲ ਬਿਕਮ ਇਮਟੀਰੀਅਲ। MSP ਰਹੂਗੀ ਪਰ ਉਹਦਾ ਜਿਹੜਾ ਵੁਕਤ, ਉਹਦਾ ਕੋਈ ਤਾਲੁਕ, ਉਹ ਦੈਟ ਵਿਲ ਬਿਕਮ ਮੀਨਿੰਗਲੈਸ। ਜੀ ਇਹ ਤੁਸੀਂ ਕਹਿ ਕੇ ਹਟੇ ਹੋ ਕਿ ਆਉਣ ਵਾਲੇ ਕੁਝ ਸਾਲਾਂ ਤੱਕ, ਜਿਵੇਂ ਮਤਲਬ 2 ਸਾਲਾਂ ਤੱਕ ਜਿਹੜੀਆਂ ਸਰਕਾਰੀ ਮੰਡੀਆਂ ਵੀ ਖਤਮ ਹੋ ਜਾਣਗੀਆਂ। ਤੁਸੀਂ ਦੱਸੋਗੇ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਕਿਸਾਨੀ ਦੀ ਦਸ਼ਾ ਕੀ ਹੋਊਗੀ? ਦੇਖੋ, ਮੈਂ ਤਾਂ ਹੱਲੇ ਵੀ ਪੁਰ ਉਮੀਦ ਹਾਂ ਕਿ ਇਹ ਜਿਹੜੇ ਐਕਟ ਆ ਭਾਵੇਂ ਇਹਨਾਂ ਨੇ ਪਾਸ ਕਰਵਾ ਲਏ, ਸਟਿਲ ਨਾਓ ਇਟ ਵਿਲ ਬੀ ਬਿਫੋਰ ਦਾ ਪ੍ਰੈਜ਼ੀਡੈਂਟ ਫਾਰ ਫਾਈਨਲ ਸਿਗਨੇਚਰ। ਅਗਰ ਲੋਕ ਹੁਣ ਵੀ, ਕਿਉਂਕਿ ਅਸੀਂ ਪਿਛਲੇ 10 ਦਿਨਾਂ ਤੋਂ ਤਾਂ ਬਹੁਤ ਤਿੱਖਾ ਸੰਘਰਸ਼ ਚੱਲ ਰਿਹਾ, ਉਸ ਤੋਂ ਪਹਿਲਾਂ ਪਿਛਲੇ 3 ਮਹੀਨੇ ਤੋਂ ਵੀ ਮੈਂ ਦੇਖਿਆ ਜਦੋਂ ਤੋਂ ਇਹ ਆਰਡੀਨੈਂਸ ਪ੍ਰੋਮਲਗੇਟ ਹੋ ਕੇ ਆਏ ਆ, ਹੌਲੀ ਹੌਲੀ ਪਹਿਲਾਂ ਕੋਈ 10% ਲੋਕਾਂ ਨੂੰ ਪਤਾ ਸੀ, ਫਿਰ 20%, ਹੁਣ ਕਾਫੀ, ਹਾਲਾਂਕਿ 100% ਲੋਕਾਂ ਨੂੰ ਹੱਲੇ ਵੀ ਨਹੀਂ ਪਤਾ। ਉਹਨਾਂ ਨੂੰ ਮੋਟਾ ਕਿ ਹਾਂ ਯਾਰ ਕੋਈ ਆਰਡੀਨੈਂਸ ਕਾਨੂੰਨ ਆਏ ਆ ਔਰ ਉਹਦੇ ਬਾਰੇ ਬੜਾ ਰੌਲਾ ਪੈ ਰਿਹਾ। ਉਹਨਾਂ ਨੂੰ ਅਵੇਅਰਨੈਸ ਨਹੀਂ ਔਰ ਉਹਨਾਂ ਦੀ ਇੱਛਾ ਵੀ ਨਹੀਂ, ਕਿਉਂਕਿ ਉਹ ਰੱਬ ਦਾ ਭਾਣਾ ਮੰਨਣ ਵਾਲੀ ਬਿਰਤੀ ਹੈ ਵੀ ਚੱਲ ਕੋਈ ਗੱਲ ਨਹੀਂ, ਜੋ ਹਰਜੀਤ ਸਿੰਘ ਨਾਲ ਹੋਊਗਾ ਮੇਰੇ ਨਾਲ ਵੀ ਹੋ ਜਾਊਗਾ। ਬਟ ਅਲਟੀਮੇਟਲੀ ਜਿਹੜੀ ਗੱਲ ਹੈ ਕਿ ਹੁਣ ਲੋਕ ਸੜਕਾਂ 'ਤੇ ਉਤਰ ਆਏ ਆ। ਔਰ ਪੰਜਾਬ ਹਰਿਆਣੇ ਦੇ ਵਿੱਚ ਤਾਂ ਤੁਸੀਂ ਦੇਖੋ, ਅੱਜ ਉਹਨਾਂ ਨੇ ਕਹਿ ਦਿੱਤਾ ਕਿ ਇੱਥੇ ਸਿਕਿਉਰਿਟੀ ਵਧਾਓ। ਇਟ ਮੀਨਸ ਉਹਨਾਂ ਦੇ ਵੀ ਦਿਮਾਗ 'ਚ ਬੈਕ ਆਫ ਮਾਈਂਡ ਕਿਤੇ ਹੈਗਾ ਨਾ ਕਿ ਲੋਕ ਜਿਹੜਾ ਰੋਹ ਆ ਉਹ ਬਹੁਤ ਸਿਖਰ 'ਤੇ ਆ। ਔਰ ਮੈਨੂੰ ਇਹ ਲੱਗਦਾ ਕਿ ਚਾਹੇ ਇਹਦੇ 'ਚ ਸੋਧ ਹੋਵੇ ਜਾਂ ਇਹ ਦੁਬਾਰਾ ਵਾਪਸ ਹੁਣ, ਕੁਛ ਨਾ ਕੁਛ ਫਰੂਟਫੁਲ ਰਿਜ਼ਲਟ ਜ਼ਰੂਰ ਨਿਕਲੂਗਾ। ਬਟ ਅਗਰ ਇਨ ਕੇਸ ਜਿਹੜਾ ਤੁਹਾਡਾ ਸਵਾਲ ਆ ਕਿ ਨਤੀਜੇ ਕੀ ਹੋਣਗੇ, ਕਿਸਾਨੀ ਦੀ ਦਸ਼ਾ ਤਾਂ ਇਸ ਤਰ੍ਹਾਂ ਦੀ ਹੋਣੀ ਹੈ ਕਿ ਕਿਸਾਨੀ ਜਿਹੜੀ ਹੈਗੀ ਉਹ ਖਤਮ ਹੀ ਹੋ ਜਾਣੀ ਹੈ। ਇੱਥੇ ਇਕੱਲਾ ਜਿਹੜਾ ਹੈਗਾ ਲੇਬਰ ਸੈਕਟਰ ਬਣ ਜੂਗਾ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਛੋਟੇ ਤੋਂ ਛੋਟਾ ਯੂਨਿਟ ਹੈ ਉਹ 414 ਏਕੜ ਦਾ, ਸਾਡੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਹੈਗਾ 1.5 ਕਿੱਲੇ ਦਾ। ਔਰ ਉੱਥੇ 23,000 ਫਾਰਮਰ ਨੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ। ਤਾਂ ਇੱਥੇ ਵੀ ਉਵੇਂ 500 ਏਕੜ ਦੇ, 1000 ਏਕੜ ਦੇ ਫਾਰਮ ਬਣਨਗੇ। ਔਰ ਜਿੰਨੇ ਵੀ ਸਾਡੇ ਜਿਹੜੇ ਅਸੀਂ ਕਹਿੰਦੇ ਹਾਂ ਨਾ, ਮੈਂ ਭੁੱਲਰ, ਰੰਧਾਵਾ, ਸੰਧੂ, ਹੁੰਦਲ, ਫਲਾਨਾ ਲਿਖਾਈ, ਕਿਸੇ ਨੇ ਇੱਥੇ ਲਿਖਾਇਆ, ਕਿਸੇ ਨੇ ਇੱਥੇ ਲਿਖਾਇਆ, ਕਿਸੇ ਨੇ ਟਰੈਕਟਰ ਦੇ ਬੰਪਰ ਤੇ ਲਿਖਾਇਆ। ਔਰ ਇੰਸਟਾਗ੍ਰਾਮ ਤੇ ਸਾਡੇ ਮੁੰਡੇ ਸਟੋਰੀਆਂ ਪਾਉਂਦੇ ਆ। ਦੇ ਹੈਵ ਟੂ ਫੋਰਗੇਟ ਆਲ ਥੀਸ ਥਿੰਗਸ। ਇਹ ਸਾਰਾ ਜਿਹੜਾ ਫਿਰ ਬੀਤੇ ਦੀ ਗੱਲ ਰਹਿ ਜਾਣੀ ਆ। ਔਰ ਅਸੀਂ ਉਹਨਾਂ ਅੰਬਾਨੀਆਂ ਅਡਾਨੀਆਂ ਦੇ ਫਾਰਮਸ ਦੇ ਵਿੱਚ ਜਿਹੜਾ ਹੈਗਾ ਲੇਬਰ ਕਰਿਆ ਕਰਾਂਗੇ। ਇਹ ਸ਼ੀਸ਼ਾ ਸਾਹਮਣੇ ਦਿਖ ਰਿਹਾ ਵਾ। ਅਗਰ ਲੋਕ ਜਥੇਬੰਦ ਹੋ ਕੇ, ਮਤਲਬ ਇਹ ਹੁਣ ਸ਼ਹਾਦਤਾਂ ਦੇਣ ਵਾਲੀ ਗੱਲ ਆ, ਇਹ ਕੋਈ ਨਾ ਕੋਈ ਫੈਸਲਾਕੁਨ ਨਤੀਜਾ ਤਾਂ ਨਿਕਲੂਗਾ ਜੇ ਅਸੀਂ 10-15 ਦਿਨ, ਮਹੀਨਾ ਹੋਰ ਐਂ ਹੀ ਸਟਰਗਲ ਕਰਕੇ ਸੜਕਾਂ 'ਤੇ ਬੈਠ ਕੇ ਉੱਠ ਕੇ ਹਥਿਆਰ ਸਰੈਂਡਰ ਕਰਤੇ ਕਿ ਠੀਕ ਆ ਵੀ ਕੋਈ ਨਤੀਜਾ ਨਹੀਂ ਨਿਕਲਿਆ ਜੀ, ਕਾਨੂੰਨ ਪਾਸ ਹੋ ਗਿਆ ਤਾਂ ਠੀਕ ਹੈ। ਮਤਲਬ ਜੇ ਲੜਾਈ ਸ਼ੁਰੂ ਕੀਤੀ ਹੈ ਤਾਂ ਇਹਨੂੰ ਫੈਸਲਾਕੁਨ ਨਤੀਜੇ ਤੱਕ ਲੈ ਕੇ ਜਾਣਾ ਪਊਗਾ। ਅਦਰਵਾਈਜ਼ ਹਾਲਾਤ ਵੱਧ ਤੋਂ ਬੱਤਰ ਜਿਹੜੇ ਲੋਕਾਂ ਨੇ ਕਿਆਸੇ ਅਤੇ ਸੋਚੇ ਵੀ ਨਹੀਂ ਨਾ, ਉਹ ਹੋਣਗੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਮਜ਼ਦੂਰ ਬਣ ਕੇ ਕੰਮ ਕਰਾਂਗੇ ਔਰ ਸਾਨੂੰ ਉਜਰਤ ਵੀ ਜਿਹੜੀ ਹੈਗੀ ਆ ਉਹ ਵੀ ਉਹਨਾਂ ਦੀ ਮਨਮਰਜ਼ੀ ਦੀ ਮਿਲੂਗੀ। ਕੋਈ ਉੱਥੇ ਕਾਨੂੰਨ ਲਾਗੂ ਨਹੀਂ ਹੋਣਾ, ਕੋਈ ਕੁਛ ਨਹੀਂ ਜੀ। ਮਨਜਿੰਦਰ ਜੀ, ਦੇਖਣ 'ਚ ਆਇਆ ਕਿ ਪਿੰਡਾਂ ਦੇ ਵਿੱਚ ਬਹੁਤੇ ਕਿਸਾਨਾਂ ਨੂੰ ਇਸ ਖੇਤੀ ਵੱਲ, ਇਹ ਬਿੱਲ ਬਾਰੇ ਨਹੀਂ ਪਤਾ ਹੈਗਾ ਔਰ ਉਹਨਾਂ ਨੂੰ ਬੀਜਾਂ ਬਾਰੇ, ਬੀਜਾਂ ਦੀ ਕੁਆਲਿਟੀ, ਪੈਸਟੀਸਾਈਡ ਬਾਰੇ ਪੂਰਾ ਪਤਾ ਆ। ਕਿੱਥੇ ਕਮੀ ਰਹੇਗੀ ਕਿ ਜਿਹੜੇ ਹੈਗੇ ਆ ਕਿਸਾਨਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਨਹੀਂ ਕੀਤਾ ਗਿਆ ਜਾਂ ਜਾਗਰੂਕ ਹੋ ਨਹੀਂ ਸਕੇ? ਕਿੱਥੇ ਕਮੀ ਹੈ ਜੀ? ਦੇਖੋ ਨਾ, ਜਾਗਰੂਕ ਹੋਣਾ ਨਹੀਂ ਚਾਹੁੰਦੇ। ਅਸਲ ਦੇ ਵਿੱਚ ਕਮੀ ਸਾਡੇ ਵਿੱਚ ਹੀ ਆ। ਅਸੀਂ ਬਾਬਾ ਫਰੀਦ ਨੇ ਕਿਹਾ ਸੀ ਨਾ ਕਿ ਘਰ ਘਰ 'ਚ ਅੱਗ ਬਲਦੀ ਹੈ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ, ਜੱਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰੇ ਅੱਗ। ਪਰ ਅਸੀਂ ਗੁਆਂਢੀ ਦੇ ਘਰ ਲੱਗੀ ਅੱਗ ਨੂੰ ਬਸੰਤਰ ਸਮਝਦੇ ਹਾਂ। ਚਾਹੇ ਤੁਸੀਂ ਡਰੱਗ ਦੀ, ਜਦੋਂ ਨਸ਼ੇ ਦੀ ਹਨੇਰੀ ਚੱਲੀ ਸੀ, ਇੱਕੋ ਦਮ ਤਾਂ ਨਹੀਂ ਆ ਗਿਆ ਸੀ। ਗੁਆਂਢੀ ਦਾ ਪੁੱਤਰ ਜਾਂ ਕਿਸੇ ਰਿਸ਼ਤੇਦਾਰ ਦਾ ਬੇਟਾ ਕੋਈ ਨਸ਼ਾ ਕਰਦਾ ਸੀ ਤਾਂ ਕਹਿੰਦੇ ਕੋਈ ਯਾਰ ਆਪਾਂ ਨੂੰ ਕੀ ਲੱਗੇ, ਜਾਂ ਖੁਸ਼ ਹੁੰਦੇ ਸੀ ਅੰਦਰੋਂ। ਲੋਕ ਆਇਡੈਂਟੀਕਲੀ ਹੋਣੇ ਆ, ਉਹਨਾਂ ਨੂੰ ਐਂ ਲੱਗਦਾ। ਔਰ ਇਹ ਮੈਂ ਤਾਂ ਇਸ ਗੱਲ ਦੇ ਉੱਪਰ ਬਹੁਤ ਵਾਰ ਇਕੱਠਾਂ 'ਚ ਵੀ ਇਹ ਗੱਲ ਕੀਤੀ ਹੈ ਕਿ ਹੁਣ ਸੇਕ ਸਾਰਿਆਂ ਨੂੰ ਲੱਗਣਾ, ਕਿਸੇ ਇੱਕ ਨੂੰ 5 ਕਿੱਲਿਆਂ ਵਾਲੇ ਨੂੰ ਜਾਂ ਕਿਸੇ ਇੱਕ ਖਾਸ ਤਬਕੇ ਨੂੰ ਨਹੀਂ ਲੱਗਣਾ। ਹਰ ਇੱਕ ਬੰਦੇ ਨੇ ਇਸ ਵੇਲਣੇ 'ਚੋਂ ਲੰਘਣਾ, ਇੱਕੋ ਸੂਈ ਦੇ ਨੱਕੇ 'ਚੋਂ ਉਹਨਾਂ ਨੇ ਸਾਰਿਆਂ ਨੂੰ ਲੰਘਾਉਣਾ ਆ। ਸੋ ਜਿਹੜੀ ਤੁਸੀਂ ਪੈਸਟੀਸਾਈਡਸ ਦੀ ਗੱਲ ਕੀਤੀ, ਕਿਉਂਕਿ ਉਹ ਵੈਸਟਡ ਇੰਟਰਸਟ ਹੈ ਨਾ, ਜਿੱਥੇ ਸਾਡਾ ਫਾਇਦਾ ਉਹ ਸਾਨੂੰ ਸਾਰਾ ਪਤਾ ਵੀ ਜੇ ਅਸੀਂ ਸਾਡਾ ਕਿਸੇ ਆੜਤੀ ਨਾਲ ਵਿਵਾਦ ਆ ਅਤੇ ਉਹ ਕੋਰਟ ਕਚਹਿਰੀਆਂ 'ਚ ਵਕੀਲਾਂ ਕੋਲੇ ਕਿਵੇਂ ਜਾਣਾ ਉਹ ਵੀ ਸਾਨੂੰ ਪਤਾ। ਜੇ ਕੋਈ ਪੈਸਟੀਸਾਈਡ ਆ ਤਾਂ ਕਿਹੜੀ ਜ਼ਿਆਦਾ ਮਾਤਰਾ 'ਚ ਪਾਉਣੀ ਆ ਜਾਂ ਕਿਹਦੇ ਨਾਲ ਝਾੜ ਵੱਧ ਹੋ ਸਕਦਾ, ਉਹਦੇ ਨਾਲ ਉਹਦਾ ਜ਼ਮੀਨ ਦਾ ਕਿੰਨਾ ਨੁਕਸਾਨ ਹੋ ਰਿਹਾ ਜਾਂ ਐਨਵਾਇਰਨਮੈਂਟ ਨੂੰ ਕੀ ਨੁਕਸਾਨ ਹੋ ਰਿਹਾ, ਉਹਦੇ ਨਾਲ ਸਾਨੂੰ ਕੋਈ ਨਹੀਂ। ਮੇਰੀ ਇਹ ਗੱਲ ਕਈਆਂ ਨੂੰ ਚੁੱਭਣੀ ਵੀ ਹੈ, ਬੁਰੀ ਵੀ ਲੱਗਣੀ ਹੈ ਕਿ ਐਂ ਕੈਮਰੇ 'ਤੇ ਬੈਠ ਕੇ ਬੜਾ ਸੌਖਾ ਲੱਗਦਾ। ਪਰ ਅਲਟੀਮੇਟਲੀ ਹੁਣ ਇਹਨਾਂ ਨੇ ਕਹਿਣਾ ਕੀ ਅਸਲ ਦੇ ਵਿੱਚ, ਇਹ ਚੀਜ਼ ਵੀ ਇਹਦੇ ਨਾਲ ਇੰਟਰਲਿੰਕਡ ਆ। ਹਰੀ ਕ੍ਰਾਂਤੀ ਕਹਿ ਕੇ ਸਾਨੂੰ ਇਹਨਾਂ ਨੇ ਆ ਜਿਹੜਾ ਰੇਹਾਂ ਸਪਰੇਆਂ ਔਰ ਪੈਸਟੀਸਾਈਡ ਸਾਰੇ ਜਿਹੜੇ ਦਿੱਤੇ ਆ, ਹਾਈਬ੍ਰਿਡ ਬੀਜ ਦਿੱਤੇ ਆ। ਹੁਣ ਜਿਹੜੀ ਟਿਲਟ ਦੀ ਮੈਂ ਐਗਜ਼ਾਮਪਲ ਦੇਣਾ ਹੁਣ, ਉਹਦੇ 'ਚ ਪ੍ਰੋਪਾਕਾਈਨਾਜ਼ੋਲ ਸ਼ਾਇਦ ਉਹਨੂੰ ਬੋਲਦੇ, ਜਿਹੜਾ ਸਾਲਟ ਆ, ਔਰ ਉਹ ਯੂਰਪ 'ਚ ਔਰ ਅਮਰੀਕਾ 'ਚ ਪਹਿਲਾਂ ਹੀ ਬੈਨ। ਜਦੋਂ ਤੁਹਾਡੀਆਂ ਫਸਲਾਂ ਦੇ ਉੱਪਰ ਕੰਟਰੈਕਟ ਫਾਰਮਿੰਗ ਹੋਊਗੀ, ਤੁਹਾਨੂੰ ਪਹਿਲਾਂ ਸਬਜ਼ ਬਾਗ ਦਿਖਾਉਣਗੇ ਔਰ ਉਸ ਤੋਂ ਬਾਅਦ ਇਹੀ ਇਹਨਾਂ ਨੇ ਲਾਰਾ ਲਾਉਣਾ ਕਿ ਆਪਣੀ ਜਿਹੜੀ ਬਾਸਮਤੀ ਆ, ਆਪਣੇ ਜਿਹੜੇ ਚੌਲ ਨੇ, ਕਣਕ ਆ, ਉਹਦੇ ਵਿੱਚ ਜਿਹੜਾ ਉਹ ਜ਼ਹਿਰ ਦੀ ਮਾਤਰਾ ਬਹੁਤ ਜ਼ਿਆਦਾ। ਇਸ ਕਰਕੇ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਪੈਰਾਮੀਟਰ ਆ, ਦੀਜ਼ ਆਰ ਕੁਆਇਟ ਬਲੋ ਫਰੋਮ ਦੈਟ। ਅਤੇ ਇਸ ਕਰਕੇ ਅਸੀਂ ਤਾਂ ਤੁਹਾਨੂੰ ਜੀ ਹੁਣ ਰੇਟ 1400 ਹੀ ਦੇ ਸਕਦੇ। ਸੋ ਇਹ ਸਾਡੀ ਆਪਦੀ ਨਲਾਇਕੀ ਆ। ਔਰ ਹੁਣ ਵੀ ਅਸੀਂ ਜੇ ਨਾ ਜਾਗੇ
ਤੇ ਫਿਰ ਮੈਂ ਤੁਹਾਨੂੰ ਉਹੀ ਕਿਹਾ ਵੀ ਉਹ ਤਿੰਨਾਂ ਖਾਨੇ ਵਾਲਾ ਟਿਫਨ ਤਿਆਰ ਰੱਖੀਏ, ਉਹ ਲੈ ਕੇ ਤੇ ਆਪਦੇ ਖੇਤ 'ਚ ਹੀ ਮਜ਼ਦੂਰੀ ਕਰਨ ਜਾਇਆ ਕਰਾਂਗੇ। ਜੀ ਜੀ। ਅੱਛਾ ਜੀ, ਆਪਣਾ ਪੰਜਾਬ ਦੇ ਜਿਹੜੇ ਪੰਜਾਬੀ ਗਾਇਕ ਆ ਜੀ, ਪੰਜਾਬੀ ਗਾਇਕ ਤਕਰੀਬਨ ਸਾਰੇ ਪੰਜਾਬੀ ਗਾਇਕ ਖੇਤੀ ਤੇ ਨਾਲ ਜੁੜੇ ਹਨ ਜਾਂ ਕਿਸਾਨਾਂ ਦੇ ਪੁੱਤ ਹਨ, ਔਰ ਉਹਨਾਂ ਨੂੰ ਫੋਲੋ ਕਰਨ ਵਾਲੇ ਸੁਣਨ ਵਾਲੇ ਵੀ ਕਿਸਾਨਾਂ ਦੇ ਹੀ ਪੁੱਤ ਹਨ। ਹੁਣ ਖੇਤੀ ਬਿੱਲ ਨੂੰ ਲੈ ਕੇ ਹਜੇ ਤੱਕ ਕਿਸੇ ਵੀ ਗਾਇਕ ਦਾ ਨਾ ਤਾਂ ਕੋਈ ਬਿਆਨ, ਨਾ ਹੀ ਕੋਈ ਫੀਲਡ ਦੇ ਵਿੱਚ, ਨਾ ਹੀ ਧਰਨੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਹੋਈ, ਉਸ ਬਾਰੇ ਤੁਸੀਂ ਕੀ ਕਹਿੰਦੇ? ਇਹ ਦੇਖੋ, ਦੋ ਤਰਕ ਆ ਇਹਦੇ। ਇੱਕ ਤਾਂ ਇਹ ਕਿ ਅਸੀਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ, ਅਗਲਿਆਂ ਦੀ ਨਿੱਜੀ ਜ਼ਿੰਦਗੀ ਹੈ, ਕੋਈ ਟਿੱਪਣੀ ਕਰੇ ਨਾ ਕਰੇ। ਔਰ ਦੂਸਰਾ ਇਹ ਕਿ ਜਦੋਂ ਤੁਸੀਂ ਪਬਲਿਕ ਫਿਗਰ ਬਣ ਜਾਂਦੇ ਹੋ ਤਾਂ ਜਿਵੇਂ ਅਸੀਂ ਪਬਲਿਕ ਪ੍ਰਾਪਰਟੀ ਕਹਿੰਦੇ ਨਾ, ਇਹ ਬੈਂਕ ਸਾਡਾ, ਇਹ ਹਸਪਤਾਲ ਸਾਡਾ, ਇਹ ਜਿਹੜਾ ਫਲਾਨਾ ਪ੍ਰੈਮਿਸਿਸ ਡੀਸੀ ਦਫ਼ਤਰ ਸਾਡਾ, ਉਵੇਂ ਜਦੋਂ ਕੋਈ ਪਬਲਿਕ ਫਿਗਰ ਆ, ਮੰਨ ਲਓ ਅਸੀਂ ਜੇ ਲੋਕਾਂ 'ਚ ਜਾਂਦੇ ਹਾਂ ਤਾਂ ਸਾਡਾ ਜਿਹੜਾ ਪਰਸਨਲ ਕਰੈਕਟਰ ਕੰਡਕਟ ਆ, ਉਹਦੇ 'ਤੇ ਤੰਜ ਕੱਸਣ ਦਾ ਲੋਕਾਂ ਨੂੰ ਪੂਰਾ ਹੱਕ ਆ। ਉਸ ਪੱਖ ਤੋਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਇੱਕ ਦੋ ਜਣਿਆਂ ਨੇ, ਜਿਵੇਂ ਦਿਲਜੀਤ ਨੇ ਟਵੀਟ ਕੀਤਾ ਸੀ, ਔਰ ਮੁੰਡਾ ਦੀਪ ਸਿੱਧੂ ਹੈ ਜ਼ੋਰਾ ਫਿਲਮ ਵਾਲਾ, ਉਹ ਬਹੁਤ ਇਮੋਸ਼ਨਲੀ ਇਨਵੋਲਵ ਆ। ਬਠਿੰਡੇ ਅਸੀਂ ਕੱਲ੍ਹ ਇਕੱਠੇ ਸੀਗੇ, ਲੱਖਾ ਸਿਧਾਣਾ ਸੀ ਉੱਥੇ, ਇੱਕ ਜਗਦੀਪ ਰੰਧਾਵਾ, ਜਿਹੜੇ ਹੋਰ ਛੋਟੇ ਕਲਾਕਾਰ ਜਿਹੜੇ ਕੰਮ ਕਰਨ ਵਾਲੇ ਫਿਲਮਾਂ 'ਚ। ਸੋ ਨੰਬਰ ਆਫ ਪੀਪਲ ਵਰ ਦੇਅਰ। ਹਰਜੀਤ ਹਰਮਨ ਅੱਜ ਆਇਆ ਸੀਗਾ, ਗੁਰਵਿੰਦਰ ਬਰਾੜ ਆਉਂਦਾ ਆ ਰੋਜ਼। ਤਾਂ ਆਉਣ ਵਾਲੇ ਔਰ ਡਰਦੇ ਆ ਨਾ ਅਸਲ ਦੇ ਵਿੱਚ। ਮੈਂ ਉਸ ਦੀਪ ਸਿੱਧੂ ਹੋਰਾਂ ਦੀ ਤਾਂ ਹੀ ਐਗਜ਼ਾਮਪਲ ਦਿੰਦਾ ਕਿ ਦੇਖੋ ਬੰਬੇ ਕੰਮ ਕਰਦੇ, ਉਹਨਾਂ ਦਾ ਕਰੀਅਰ ਸਟੇਕ 'ਤੇ ਆ, ਹਰੇ ਲੰਬਾ ਕਰੀਅਰ ਹੈ। ਔਰ ਉਹਨੇ ਸ਼ਰੇਆਮ ਕੱਲ੍ਹ ਰਿਲਾਇੰਸ ਦੇ ਬਾਰੇ ਬੋਲਿਆ, ਔਰ ਜਿਹੜਾ ਈਮਾਰ ਜਾਂ ਹੋਰ ਗਰੁੱਪ ਨੇ ਉਹ ਰਿਲਾਇੰਸ ਸਪੌਂਸਰਡ ਆ। ਤਾਂ ਉਹ ਮਤਲਬ ਲੋਕ ਜਾਗਦੀ ਜ਼ਮੀਰ ਵਾਲੇ ਹੈਗੇ ਆ, ਸਾਰੇ ਕਦੇ ਵੀ ਨਹੀਂ ਆਉਂਦੇ ਹੁੰਦੇ। ਤੁਸੀਂ ਗੁਰੂ ਗੋਬਿੰਦ ਸਿੰਘ ਦਾ ਸਟਰਗਲ ਦੇਖ ਲਓ, ਸਿੱਖ ਇਤਿਹਾਸ ਦਾ 22 ਧਾਰ ਦੇ ਰਾਜਿਆਂ ਤੋਂ ਲੈ ਕੇ, ਔਰ ਮੁਗਲ ਐਮਪਾਇਰ ਦਾ ਪੁਰਾਣਾ ਇਤਿਹਾਸ ਦੇਖ ਲਓ, ਔਰ ਆਜ਼ਾਦੀ ਦੀ ਲੜਾਈ ਦੇਖ ਲਓ। ਜਿਹੜੇ ਇਤਿਹਾਸ ਰਚਣ ਵਾਲੇ ਉਹ ਮੁੱਠੀ ਭਰ ਲੋਕ ਹੀ ਹੁੰਦੇ ਆ। ਸਾਰਿਆਂ ਨੂੰ ਨਾ ਅਸੀਂ ਤੋਰ ਸਕਦੇ ਹਾਂ, ਨਾ ਹੀ ਸਾਰੇ ਕਦੇ ਤੁਰਦੇ ਆ। ਭੁੱਲਰ ਸਾਹਿਬ, ਇਹ ਵੀ ਦੇਖਣ 'ਚ ਆਇਆ ਕਿ ਕਿਸਾਨ ਯੂਨੀਅਨ ਵੱਲੋਂ ਜੋ ਧਰਨੇ, ਰੋਸ ਮੁਜ਼ਾਹਰੇ ਕੀਤੇ ਜਾ ਰਹੇ ਆ, ਉਹਨਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਬਹੁਤ ਘੱਟ ਰਹੀ ਹੈ। ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਤਾਂ ਕੋਈ ਨਹੀਂ ਜੀ, ਬੇਨਤੀ ਇਹ ਹੈ ਕਿ ਇਹਨਾਂ ਦੀ ਤਾਂ ਲੰਘ ਗਈ ਜਿਹੜੇ 50 ਤੋਂ ਉੱਪਰ ਵਾਲੇ ਆ, ਔਰ ਘੱਟੋ ਘੱਟ 10 ਤੋਂ 20 ਸਾਲ, 1 to 2 ਡੈਕੇਡ ਮੈਂ ਮੰਨਦਾ ਵੀ 1 ਤੋਂ 2 ਦਹਾਕੇ ਲੱਗਣਗੇ ਸਾਰਾ ਢਾਂਚਾ ਸ਼ੈਟਰ ਹੋਣ ਨੂੰ, ਜਿਹਦੇ 'ਚ ਬੈਂਕਿੰਗ ਸੈਕਟਰ ਵੀ ਕਰੈਸ਼ ਕਰ ਜਾਣਾ, ਜਿਹਦੇ 'ਚ ਸਾਡੇ ਨਿੱਜੀ ਰਿਸ਼ਤੇ ਜਿਹੜੇ ਹੈਗੇ ਆ, ਚਾਹੇ ਉਹ ਕਿਸਾਨ ਦਾ ਅਤੇ ਦੁਕਾਨਦਾਰ ਦਾ, ਕਿਸਾਨ ਦਾ ਅਤੇ ਲਾਲੇ ਦਾ, ਕਿਸਾਨ ਦਾ ਅਤੇ ਸੁਨਿਆਰੇ ਦਾ, ਔਰ ਚਾਹੇ ਜਿਹੜਾ ਸਾਡੀ ਇੰਟਰਕਨੈਕਸ਼ਨ ਆਫ ਦਾ ਵੇਰੀਅਸ ਵਾਕਸ ਆਫ ਲਾਈਫ ਇਨ ਆਰ ਸੁਸਾਇਟੀ, ਉਹ ਪਰ ਉਹੀ ਕਿ ਜਿਹੜੇ ਅੱਜ 50 ਸਾਲ ਦੇ ਆ, ਉਹਨਾਂ ਨੇ 70 ਸਾਲ ਦੇ ਹੋ ਜਾਣਾ ਉਹਨੇ ਚਿਰ ਨੂੰ, ਉਹਨਾਂ ਦੀ ਤਾਂ ਲੰਘ ਗਈ। ਜਿਹੜੇ ਨੌਜਵਾਨ ਆ, ਇਹ ਸਾਡੀ ਹੀ ਐਗਜ਼ਿਸਟੈਂਸ ਦੀ ਲੜਾਈ ਹੈ, ਸਾਡਾ ਹੀ ਜਿਹੜਾ ਨੁਕਸਾਨ ਹੋਣਾ, ਔਰ ਅਸੀਂ ਅੱਗੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਦੇਣ ਨੂੰ ਜਾਂ ਕਹਿਣ ਨੂੰ ਸਾਡੇ ਕੋਲੇ ਕੁਝ ਨਹੀਂ ਬਚਣਾ। ਸੋ ਬੇਨਤੀ ਇਹੀ ਹੈ ਕਿ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਔਰ ਤੁਹਾਡੇ ਕੋਲ ਤਾਂ ਦੇਖੋ ਕਿੰਨੇ, ਮੈਂ ਕਹਿੰਦਾ ਹੁੰਦਾ ਕਿ ਜਿੰਨੀਆਂ ਵੀ ਅਸੀਂ ਇਹ ਚੀਜ਼ਾਂ ਨੇ, ਜਿਹੜੀ ਮੈਂ ਤੁਹਾਡੇ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਹੈ, ਪਹਿਲਾਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਸੀ, ਪੁਰਾਣੇ ਅਖਬਾਰ ਪੜ੍ਹਨੇ ਪੈਂਦੇ ਸੀ। ਅੱਜ ਕੱਲ੍ਹ ਤੁਹਾਡੇ ਹੱਥ 'ਚ ਮੋਬਾਈਲ ਆ, ਗੂਗਲ ਆ, ਯੂਟਿਊਬ ਆ, ਕਿੰਨਾ ਕੁਛ ਹੈ, ਸਾਰਾ ਕੁਛ ਵਿਕੀਪੀਡੀਆ ਉਹਦੇ ਉੱਪਰ, ਐਵਰੀਥਿੰਗ ਇਜ਼ ਦੇਅਰ। ਥੋੜ੍ਹੀ ਜਿਹੀ ਤੁਸੀਂ ਮਿਹਨਤ ਕਰੋ, ਆਪਦੇ ਇਤਿਹਾਸ ਬਾਰੇ ਜਾਣੋ, ਔਰ ਜਿਹੜੀ ਲੜਾਈ ਹੈ ਉਹ ਲੜਨੀ ਚਾਹੀਦੀ। ਔਰ ਇਹ ਨੌਜਵਾਨਾਂ ਨੇ ਹਮੇਸ਼ਾ ਜਿਹੜਾ ਹੈਗਾ ਫਰੰਟ ਫੁੱਟ 'ਤੇ ਲੜ ਕੇ, ਔਰ ਭੈਣਾਂ ਨੇ, ਮਾਵਾਂ ਨੇ। ਦੂਜੀ ਬੇਨਤੀ, ਜਿਹੜੀਆਂ ਯੰਗਸਟਰਸ ਲੜਕੀਆਂ ਕੋਈ ਯੂਨੀਵਰਸਿਟੀ ਕਾਲਜਸ ਦੀਆਂ, ਮੈਂ ਜਿੱਥੇ ਵੀ ਜਾਂਦਾ ਰਿਕੁਐਸਟ ਕਰਦਾ, ਔਰ ਕੁਛ ਕੁ ਕੁੜੀਆਂ ਨੇ ਜਿਹੜਾ ਮਤਲਬ ਸਾਡੇ ਨਾਲ ਸਹਿਯੋਗ ਦੇ ਵੀ ਰਹੀਆਂ ਆ। ਬਾਕੀ ਹਰ ਇੱਕ ਦੀਆਂ ਆਪੋ ਆਪਣੀਆਂ ਲਿਮਿਟੇਸ਼ਨਸ ਹੁੰਦੀਆਂ। ਸੋ ਯੂਥ ਨੂੰ ਤਾਂ ਇਹੀ ਅਪੀਲ ਆ ਕਿ ਕਾਈਂਡਲੀ ਕਮ ਫਾਰਵਰਡ ਐਂਡ ਪਾਰਟੀਸਪੇਟ ਇਨ ਦਿਸ ਸਟਰਗਲ। ਇਹ ਤੁਹਾਡੀ ਸਾਡੀ ਆਪਦੀ ਲੜਾਈ ਹੈ। ਔਰ ਫਿਰ ਚਾਹੇ ਤੁਸੀਂ ਕਿਸਾਨ ਦੇ ਪੁੱਤ ਜੇ, ਚਾਹੇ ਵਪਾਰੀ ਦੇ, ਚਾਹੇ ਕਿਸੇ ਦੁਕਾਨਦਾਰ ਦੇ, ਚਾਹੇ ਕਿਸੇ ਵਕੀਲ ਔਰ ਡਾਕਟਰ ਦੇ, ਚਾਹੇ ਕੋਈ ਤੁਹਾਡੇ ਵਰਗਾ ਸਹਾਫੀ ਪੱਤਰਕਾਰ ਹੈ, ਇਹਦਾ ਜਿਹੜਾ ਇੰਪੈਕਟ ਹੈ ਨਾ ਉਹ ਹਰ ਇੱਕ 'ਤੇ ਪੈਣਾ। ਖਾਸ ਕਰਕੇ ਪੰਜਾਬ ਜਿਹੜੀ ਅਗਰੇਰੀਅਨ ਸਟੇਟ ਆ, ਕਿਸੇ ਨੇ ਵੀ ਨਹੀਂ ਬਚਣਾ। ਮੈਂ ਉਦਾਹਰਨ ਦੇ ਤੌਰ 'ਤੇ, ਜਿਵੇਂ ਜਦੋਂ ਫਾਰਮ ਸੈਕਟਰ, ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਨੇ ਲਾਰਜ ਸਕੇਲ ਦੇ ਉੱਪਰ ਵੱਡੇ ਫਾਰਮ ਬਣਾ ਲਏ, ਤਾਂ ਜਦੋਂ 85% ਮਾਰਜਨਲ ਫਾਰਮਰ ਨੇ ਖੇਤੀ ਛੱਡਤੀ, ਜ਼ਮੀਨਾਂ ਇਹਨਾਂ ਨੂੰ ਠੇਕੇ 'ਤੇ ਦੇਤੀਆਂ, ਤਾਂ ਉਹ ਆਪਦੇ ਖੇਤੀ ਵਾਲੇ ਸੰਦ ਵੀ ਵੇਚੂਗਾ। 85% ਤੋਂ ਭਾਵ ਵੀ ਅੱਜ ਜੇ ਖਾਈ ਪਿੰਡ 'ਚ 100 ਟਰੈਕਟਰ, ਤਾਂ 85 ਬੰਦਿਆਂ ਨੇ ਟਰੈਕਟਰ ਵੇਚਤੇ, ਰੂਟਾਵੇਟਰ, ਹੱਲਾਂ, ਸੁਹਾਗਾ, ਤਵੀਆਂ, ਸਾਰਾ ਕੁਝ ਵੇਚਤਾ। ਤਾਂ ਅੱਜ ਜਿਹੜੀਆਂ ਇੱਥੇ ਸਾਡੇ ਪਿੰਡ ਵਰਕਸ਼ਾਪਾਂ ਨੇ 3-4, ਉਹਦਾ ਹੋਰ ਮਤਲਬ ਪਿੰਡਾਂ 'ਚ ਕਿਤੇ ਵੱਡਾ ਪਿੰਡ ਆ, ਉਹ ਬੰਦਿਆਂ ਦਾ 20-20 ਲੱਖ ਦਾ ਉਧਾਰ ਹੋ ਜਾਂਦਾ। ਔਰ ਪੈਸਟੀਸਾਈਡ ਵਾਲੇ ਆ 30-30, 35-35 ਲੱਖ ਦਾ ਉਹਨਾਂ ਦਾ ਸੀਜ਼ਨ ਦਾ ਜਿਹੜਾ ਕ੍ਰੈਡਿਟ ਹੋ ਜਾਂਦਾ। ਉਹ ਸਾਰਾ ਕੁਝ ਹੀ ਖਤਮ ਹੋ ਜਾਣਾ, ਕਿਉਂਕਿ ਉਹਨਾਂ ਦੇ ਆਪਦੇ ਵੱਡੇ ਯਾਰਡਸ ਹੋਣਗੇ, ਆਪਦੇ ਸੀਡ ਫਾਰਮ ਹੋਣਗੇ, ਆਪਦੇ ਸੀਡ ਸਟੋਰ ਹੋਣਗੇ, ਔਰ ਆਪਦੇ ਜਿਹੜੇ ਉਹਨਾਂ ਦੇ ਪੈਰਾਮੀਟਰ ਹੋਣਗੇ ਕੰਮ ਕਰਨ ਦੇ। ਸੋ ਇਕੱਲੇ ਕਿਸਾਨ ਨੇ ਨਹੀਂ ਮਰਨਾ, ਇਹਦੇ ਨਾਲ ਸਮੁੱਚਾ ਜਿਹੜਾ ਢਾਂਚਾ ਅਮਲਾ ਫੈਲਾਇਆ, ਸਾਰਿਆਂ ਨੇ ਹੀ ਉੱਥੇ ਜਿਹੜਾ ਹੈਗਾ ਲੇਬਰਰ ਬਣਨਗੇ। ਕਿਉਂਕਿ ਦੇਖੋ ਪੰਜਾਬ ਦੇ ਵਿੱਚ ਜਿਹੜਾ ਮੋਰ ਦੈਨ 90% ਵੀ ਆਰ ਅਨਸਕਿਲਡ।
ਤੁਸੀਂ ਹੁਣ ਦਾ ਜਿਹੜਾ ਆ ਡੈਕੇਡ ਹੈ ਇਹਦੇ ਸਾਰੀ +2 ਤੋਂ ਬਾਅਦ ਬਾਹਰ ਨੂੰ ਭੱਜੇ ਜਾ ਰਹੇ ਆ। ਜਿਹੜੀ ਤੁਹਾਡੇ ਮੇਰੇ ਵਾਲੀ ਜਨਰੇਸ਼ਨ ਉਹਦੇ 'ਚ ਮੋਸਟਲੀ ਵੱਧ ਤੋਂ ਵੱਧ ਕੋਈ ਗ੍ਰੈਜੂਏਟ ਹੋਊਗਾ, ਜਾਂ ਜਿਹੜੇ ਨਹੀਂ ਪੜ੍ਹੇ ਉਹ 10ਵੀਂ ਤੋਂ ਵੀ ਪਿੱਛੇ ਰਹਿ ਗਏ। ਸੋ ਦੇਅਰ ਵਿਲ ਬੀ ਓਨਲੀ ਵਨ ਆਪਸ਼ਨ ਟੂ ਡੂ ਲੇਬਰ, ਬੀ ਅ ਲੇਬਰਰ ਇਨ ਦਾ ਫਾਰਮਸ। ਉੱਥੇ ਜਾ ਕੇ ਸਿਰਫ ਮਜ਼ਦੂਰੀ। ਜੇ ਅਸੀਂ ਹੁਣ ਨਾ ਲੜੇ ਔਰ ਇਹ ਆਰਡੀਨੈਂਸਾਂ ਦਾ ਵਿਰੋਧ ਨਾ ਕੀਤਾ, ਐਕਟ ਬਣ ਕੇ ਹੁਣ ਤਾਂ ਕਾਨੂੰਨ ਹੀ ਕਹਾਂਗੇ, ਆਰਡੀਨੈਂਸ ਕਿਉਂ ਰਹਿ ਗਏ ਉਹ। ਸੋ ਅਖੀਰ 'ਚ ਇਹੀ ਹੈ ਬੇਨਤੀ ਜੀ ਨੌਜਵਾਨਾਂ ਨੂੰ ਕਿ ਭਾਈ ਆਓ ਲੜਾਈ ਲੜੋ, ਨਹੀਂ ਤਾਂ ਫਿਰ ਜਿਹੜਾ ਹੈਗਾ ਅਸੀਂ ਆਪਦੇ ਕਹਿੰਦੇ ਆ ਨਾ, ਅਸੀਂ ਚੰਡੀਗੜ੍ਹ ਜਦੋਂ ਪੜ੍ਹਦੇ ਨੇ ਤਾਂ ਬੜੇ ਜਦੋਂ ਵੱਡਿਆਂ ਘਰਾਂ ਦੇ ਕਾਕਿਆਂ ਨਾਲ ਤਾਂ ਜਿਹੜੇ ਸਾਡੇ ਵਰਗੇ ਮਿਡਲ ਕਲਾਸ ਸੀ ਉਹਨਾਂ ਕਹਿਣਾ ਯਾਰ ਮੇਰੇ ਬਾਪੂ ਨੇ ਐਂ ਨਹੀਂ ਕੀਤਾ, ਮੇਰਾ ਪਿਓ ਚੰਡੀਗੜ੍ਹ ਕੋਠੀ ਲੈ ਲੈਂਦਾ, ਮੇਰੇ ਬਾਪ ਨੇ ਫਲਾਣਾ ਨਹੀਂ ਕੀਤਾ। ਮੈਂ ਉਹਨਾਂ ਨੂੰ ਹੱਸਦਾ ਹੁੰਦਾ ਸੀ, ਆਪਣਿਆਂ ਨੇ ਤਾਂ ਇੰਨਾ ਕਰਤਾ, ਆਪਾਂ ਨੂੰ ਚੰਡੀਗੜ੍ਹ ਪੜ੍ਹਨ ਭੇਜਤਾ, ਆਪਾਂ ਜਿਹੜਾ ਤੀਰ ਮਾਰਾਂਗੇ ਪਤਾ ਉਹਦਾ ਲੱਗਣਾ ਵੀ ਸਾਡੇ ਬੱਚੇ ਕੱਲ੍ਹ ਨੂੰ ਕੀ ਕਹਿਣਗੇ। ਸੋ ਅਗਰ ਅਸੀਂ ਇਹ ਵੇਲਾ ਸਾਂਭ ਲਿਆ ਤਾਂ ਜਿਹੜਾ ਇਤਿਹਾਸ ਆ ਉਹ ਥੋੜ੍ਹਾ ਜਿਹਾ ਚੰਗਾ ਲਿਖਿਆ ਜਾਊਗਾ, ਨਹੀਂ ਤਾਂ ਫਿਰ ਬਾਬੇ ਦੀਪ ਸਿੰਘ ਅਕਾਲੀ, ਫੂਲਾ ਸਿੰਘ ਔਰ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ ਹੋਰਾਂ ਨੂੰ ਵੀ ਜਿਹੜੀ ਹੈਗੀ ਅਸੀਂ ਲਾਜ ਲਾ ਦਿਆਂਗੇ। ਅਤੇ ਉਹ ਜ਼ਮਾਨਾ ਹੋਰ ਸੀ, ਗਾਂ ਇਹਨਾਂ ਦਾ ਜਿਹੜਾ ਖੂਨ ਆ ਉਹ ਪਾਣੀ ਬਣ ਗਿਆ। ਬਹੁਤ ਬਹੁਤ ਧੰਨਵਾਦ ਮਨਜਿੰਦਰ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ।